ਸਤਿ ਸ਼੍ਰੀ ਅਕਾਲ ਜੀ। ਵਿਆਹ ਦੀ ਪਹਿਲੀ ਰਾਤ ਹੀ ਮੇਰਾ ਦਿਓਰ ਦੁਲਹਨ ਦਰਾਣੀ ਨੂੰ ਛੱਡ ਕੇ ਕਿਤੇ ਗਾਇਬ ਹੋ ਗਿਆ। ਮੇਰੀ ਸੱਸ ਨੇ ਦਰਾਣੀ ਕੋਲੋਂ ਇਹ ਗੱਲ ਲੁਕੋ ਲਈ ਤੇ ਕਿਹਾ ਸਾਡੇ ਇੱਥੇ ਰਿਵਾਜ ਆ ਕਿ ਵਿਆਹ ਦੀ ਪਹਿਲੀ ਰਾਤ ਸੱਸ ਹੀ ਦੁਲਹਨ ਦੇ ਨਾਲ ਰਹਿੰਦੀ ਆ। ਪਰ ਅਗਲੀ ਰਾਤ ਮੇਰੀ ਸੱਸ ਨੇ ਫਿਰ ਤੋਂ ਬਹਾਨਾ ਕੀਤਾ ਕਿ ਬਹੂ ਤੇਰਾ ਪਤੀ 11 ਦਿਨ ਤੱਕ ਹਨੇਰੇ ਵਿੱਚ ਹੀ ਕਮਰੇ ਵਿੱਚ ਆਵੇਗਾ, ਪਰ ਸ਼ਰਤ ਇਹ ਹੈ ਕਿ ਤੂੰ ਮੂੰਹ ਫੇਰ ਕੇ ਸੌਵੇਂਗੀ ਅਤੇ ਉਹਦੇ ਵੱਲ ਦੇਖੇਂਗੀ ਵੀ ਨਹੀਂ ਤਾਂ ਤੂੰ ਵਿਧਵਾ ਹੋ ਜਾਵੇਂਗੀ। ਮੇਰੀ ਦਰਾਣੀ ਮਾਸੂਮ ਜਿਹੀ ਸੀ, ਮੰਨ ਗਈ। ਹੁਣ ਸੱਸ ਰੋਜ਼ ਮੈਨੂੰ ਹੀ ਦਿਓਰ ਦੇ ਕੱਪੜੇ ਪਵਾ ਕੇ ਦਰਾਣੀ ਦੇ ਕਮਰੇ ਵਿੱਚ ਭੇਜ ਦਿੰਦੀ। ਇੱਕ ਦਿਨ ਦਰਾਣੀ ਨੇ ਖੁਸ਼ਖਬਰੀ ਸੁਣਾਈ ਕਿ ਉਹ ਪ੍ਰੈਗਨੈਂਟ ਹੈ। ਇਹ ਸੁਣਦੇ ਹੀ ਸਾਡੇ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਮੇਰੇ ਦਿਓਰ ਨੂੰ ਰੂਹੀ ਦੇ ਨਾਲ ਇਸ਼ਕ ਹੋਇਆ ਸੀ। ਉਸਨੇ ਮੇਰੀ ਸੱਸ ਨਾਲ ਜਿੱਦ ਕਰਕੇ ਉਸ ਦਾ ਰਿਸ਼ਤਾ ਮੰਗਿਆ ਸੀ। ਸੱਸ ਮੰਨਦੀ ਹੀ ਨਹੀਂ ਸੀ। ਮੇਰੀ ਸੱਸ ਨੂੰ ਆਪਣੇ ਸਹੁਰਿਆਂ ਵਾਲੇ ਪਾਸੇ ਦੇ ਲੋਕ ਇੱਕ ਅੱਖ ਨਹੀਂ ਪਾਉਂਦੇ ਸੀ। ਫਿਰ ਰੂਹੀ ਸੀ ਵੀ ਤਾਂ ਮੇਰੇ ਸਹੁਰੇ ਦੇ ਦੂਰ ਦੀ ਰਿਸ਼ਤੇਦਾਰਨੀ। ਮੇਰੀ ਸੱਸ ਨੇ 100 ਤਰ੍ਹਾਂ ਦੇ ਸਵਾਲ ਚੁੱਕੇ ਸੀ ਤੇ ਦਿਓਰ ਨੇ ਮੇਰੀ ਸੱਸ ਨੂੰ ਹਜ਼ਾਰਾਂ ਤਸੱਲੀਆਂ ਦਿੱਤੀਆਂ। ਪਿਤਾ ਜੀ ਖੁਸ਼ ਸੀ, ਦਿਓਰ ਖੁਸ਼ ਸੀ, ਮੈਂ ਵੀ ਖੁਸ਼ ਸੀ, ਬਸ ਸੱਸ ਹੀ ਨਾਰਾਜ਼ ਸੀ। ਪਰ ਮੇਰੀ ਸੱਸ ਨੂੰ ਮੰਨਣਾ ਹੀ ਪਿਆ। ਉਹਨਾਂ ਨੂੰ ਪੁੱਤ ਦੀ ਖੁਸ਼ੀ ਆਪਣੀ ਜੀਦ ਤੋਂ ਜ਼ਿਆਦਾ ਪਿਆਰੀ ਸੀ। ਮੇਰਾ ਸਹੁਰਾ, ਮੈਂ ਅਤੇ ਮੇਰੀ ਸੱਸ ਰਿਸ਼ਤਾ ਮੰਗਣ ਗਏ ਤੇ ਹਾਂ ਹੋ ਗਈ। ਮੇਰਾ ਦਿਓਰ ਤਾਂ ਖੁਸ਼ੀ ਨਾਲ ਫੁੱਲਿਆ ਨਹੀਂ ਸਮਾ ਰਿਹਾ ਸੀ। ਮੇਰੀ ਸੱਸ ਦਿਓਰ ਦੀ ਖੁਸ਼ੀ ਦੇਖ ਕੇ ਖੁਸ਼ ਵੀ ਸੀ ਤੇ ਪਰੇਸ਼ਾਨ ਵੀ। ਖੁਸ਼ ਇਸ ਕਰਕੇ ਸੀ ਕਿਉਂਕਿ ਬੇਟਾ ਖੁਸ਼ ਸੀ, ਪਰੇਸ਼ਾਨ ਇਸ ਕਰਕੇ ਸੀ ਕਿਉਂਕਿ ਵਿਆਹ ਤੋਂ ਬਾਅਦ ਬੇਟਾ ਆਪਣਾ ਨਹੀਂ ਰਹੇਗਾ, ਜੋਰੂ ਦਾ ਗੁਲਾਮ ਬਣ ਜਾਵੇਗਾ। ਮੈਂ ਆਪਣੀ ਸੱਸ ਨੂੰ ਤਸੱਲੀ ਦਿੱਤੀ ਤੇ ਸਮਝਾਇਆ। ਮੇਰੀ ਸੱਸ ਨੇ ਵੀ ਹਾਲਾਤ ਸਮਝਣ ਦੀ ਕੋਸ਼ਿਸ਼ ਕੀਤੀ। ਇੱਦਾਂ ਅਸੀਂ ਬੜੀ ਧੂਮ-ਧਾਮ ਨਾਲ ਵਿਆਹ ਕਰਕੇ ਦਰਾਣੀ ਨੂੰ ਘਰ ਲੈ ਆਏ ਸੀ। ਪਰ ਅਸੀਂ ਇਹ ਨਹੀਂ ਜਾਣਦੇ ਸੀ ਕਿ ਮੇਰਾ ਦਿਓਰ ਆਪਣੇ ਕਮਰੇ ਵਿੱਚ ਦੁਲਹਨ ਦਾ ਇੰਤਜ਼ਾਰ ਕਰ ਰਿਹਾ ਸੀ। ਨਾ ਜਾਣੇ ਕੀ ਹੋਇਆ, ਕਿਉਂ ਹੋਇਆ। ਮੇਰਾ ਦਿਓਰ ਆਪਣੇ ਕਮਰੇ ਵਿੱਚ ਗਿਆ। ਕੁਝ ਪਲ ਹੀ ਬੀਤੇ ਹੋਣੇ ਕਿ ਮੇਰੇ ਦਿਓਰ ਨੇ ਰੌਲਾ ਪਾ ਦਿੱਤਾ। ਅਸੀਂ ਤਾਂ ਹਜੇ ਵੀ ਬਾਹਰ ਬੈਠੀਆਂ ਗੀਤ ਟੱਪੇ ਗਾ ਰਹੀਆਂ ਸੀ, ਪਰ ਮੇਰੇ ਦਿਓਰ ਨੇ ਆਪਣੀ ਖੁਸ਼ੀ ਦੇ ਨਾਲ ਸਾਡੀ ਖੁਸ਼ੀ ਨੂੰ ਵੀ ਖਰਾਬ ਕਰ ਦਿੱਤਾ। ਮੈਂ ਜਲਦੀ ਨਾਲ ਬਹਾਨਾ ਕਰਕੇ ਲੜਕੀਆਂ ਨੂੰ ਉਹਨਾਂ ਦੇ ਘਰ ਭੇਜ ਦਿੱਤਾ ਤੇ ਆਪ ਆਪਣੀ ਸੱਸ ਦੇ ਕਮਰੇ ਵਿੱਚ ਆਈ। ਉੱਥੇ ਮੇਰਾ ਦਿਓਰ ਪਹਿਲਾਂ ਤੋਂ ਹੀ ਮੌਜੂਦ ਸੀ। ਦਿਓਰ ਨੇ ਕਿਹਾ, ਮਾਂ, ਜੇ ਮੇਰੀ ਪਸੰਦ ਤੈਨੂੰ ਇੰਨੀ ਹੀ ਬੁਰੀ ਲੱਗੀ ਸੀ ਤਾਂ ਮੈਨੂੰ ਸਾਫ਼-ਸਾਫ਼ ਇਨਕਾਰ ਕਰ ਦਿੰਦੀ, ਪਰ ਤੁਸੀਂ ਤਾਂ ਮੇਰੇ ਨਾਲ ਧੋਖਾ ਹੀ ਕਰਤਾ। ਇਹਨਾਂ ਕਹਿ ਕੇ ਮੇਰਾ ਦਿਓਰ ਘਰੋਂ ਫਰਾਰ ਹੋ ਗਿਆ। ਪਿੱਛੇ ਮੈਂ ਤੇ ਮੇਰੀ ਸੱਸ ਇੱਕ ਦੂਜੇ ਦਾ ਮੂੰਹ ਵੇਖਦੀਆਂ ਰਹਿ ਗਈਆਂ। ਮੇਰੀ ਸੱਸ ਪਿਤਾ ਜੀ ਤੋਂ ਵੀ ਡਰ ਰਹੀ ਸੀ ਤੇ ਲੋਕਾਂ ਤੋਂ ਵੀ ਕਿ ਲੋਕ ਕੀ ਕਹਿਣਗੇ, ਕਿ ਮੈਂ ਇੱਕ ਦਿਨ ਵੀ ਨੂੰਹ ਨੂੰ ਖੁਸ਼ ਨਾ ਦੇਖ ਪਾਈ ਤੇ ਫਸਾਦ ਪਾ ਦਿੱਤਾ। ਹੁਣ ਮੈਂ ਅਤੇ ਮੇਰੀ ਸੱਸ ਫਿਕਰਮੰਦ ਜਿਹੀਆਂ ਇਸ ਮਸਲੇ ਦਾ ਹੱਲ ਸੋਚਣ ਲੱਗ ਪਈਆਂ। ਮੇਰੀ ਸੱਸ ਨੂੰ ਤਾਂ ਰਹਿ ਕੇ ਦਿਓਰ 'ਤੇ ਗੁੱਸਾ ਆ ਰਿਹਾ ਸੀ। ਮੇਰੀ ਸੱਸ ਬੋਲੀ, ਜੇ ਵਿਜੇ ਨੇ ਆਖਿਰ ਮੇਰੇ ਸਿਰ 'ਤੇ ਸਵਾਹ ਹੀ ਪਾਉਣੀ ਸੀ ਤਾਂ ਵਿਆਹ ਹੀ ਕਿਉਂ ਕੀਤਾ। ਮੈਂ ਆਪਣੀ ਸੱਸ ਨੂੰ ਕਿਹਾ ਕਿ ਅਸੀਂ ਜਾ ਕੇ ਬਹੂ ਤੋਂ ਪਤਾ ਕਰਦੇ ਹਾਂ ਕਿ ਆਖਿਰ ਹੋਇਆ ਕੀ ਸੀ। ਦਿਓਰ ਨੂੰ ਉਹਦੀ ਕਿਹੜੀ ਗੱਲ ਬੁਰੀ ਲੱਗੀ। ਮੇਰੀ ਸੱਸ ਰਜਾਮੰਦ ਹੋ ਗਈ ਤੇ ਅਸੀਂ ਦੋਨੋਂ ਦਰਾਣੀ ਦੇ ਕਮਰੇ ਵਿੱਚ ਚਲੇ ਗਏ। ਉੱਧਰੋਂ ਦਰਾਣੀ ਨੇ ਵੀ ਰੋ ਰੋ ਕੇ ਆਪਣਾ ਸਾਰਾ ਮੇਕਅਪ ਵਹਾ ਲਿਆ ਸੀ। ਗੁੱਸੇ 'ਚ ਮੇਰੀ ਸੱਸ ਬਹੂ ਨੂੰ ਬੋਲੀ, ਦੱਸ ਕੀ ਕਿਹਾ ਸੀ ਤੂੰ ਮੇਰੇ ਬੇਟੇ ਨੂੰ। ਵਿਆਹ ਦੀ ਪਹਿਲੀ ਰਾਤ ਹੀ ਆਪਣੀ ਜ਼ੁਬਾਨ ਦੇ ਜ਼ੋਰ ਦਿਖਾ ਦਿੱਤੇ ਤੂੰ। ਮੇਰੀ ਦਰਾਣੀ ਡਰੀ ਸਹਿਮੀ ਸੀ। ਮੈਨੂੰ ਤਰਸ ਆ ਗਿਆ। ਉਹ ਰੋਂਦੀ ਹੋਈ ਬੋਲੀ, ਜ਼ੁਬਾਨ ਦੇ ਜ਼ੋਰ ਦਿਖਾਉਣ ਦਾ ਤਾਂ ਵਕਤ ਮਿਲਦਾ ਜੇ ਵਿਜੇ ਮੇਰਾ ਚਿਹਰਾ ਦੇਖ ਕੇ ਰੌਲਾ ਨਾ ਪਾਉਂਦਾ। ਇੰਨੀ ਬਦਸੂਰਤ ਹਾਂ ਮੈਂ, ਜਾਂ ਪਾਰਲਰ ਵਾਲੀ ਨੇ ਮੇਕਅਪ ਹੀ ਚੰਗਾ ਨਹੀਂ ਕੀਤਾ। ਮੈਂ ਦਰਾਣੀ ਨੂੰ ਦਿਲਾਸਾ ਦਿੱਤਾ ਤੇ ਕਿਹਾ, ਤੂੰ ਤਾਂ ਬਹੁਤ ਹਸੀਨ ਆ। ਮੇਰੀ ਸੱਸ ਨੂੰ ਵੀ ਸ਼ਾਇਦ ਤਰਸ ਆ ਗਿਆ ਸੀ ਉਹਦੇ ਉੱਪਰ, ਤਾਂ ਹੀ ਤਾਂ ਮੇਰੀ ਸੱਸ ਨੇ ਦਰਾਣੀ ਕੋਲੋਂ ਮੇਰੇ ਦਿਓਰ ਦੇ ਘਰੋਂ ਜਾਣ ਦੀ ਗੱਲ ਲੁਕੋ ਲਈ ਸੀ। ਮੇਰੀ ਸੱਸ ਮੁਸਕਰਾਉਣ ਦੀ ਕੋਸ਼ਿਸ਼ ਕਰਦੀ ਰਹੀ, ਫਿਰ ਬੋਲੀ, ਤੇ ਪਗਲੀ ਰੋਂਦੀ ਕਿਉਂ ਆ। ਇਹ ਤਾਂ ਸਾਡੇ ਖਾਨਦਾਨ ਦੀ ਰਸਮ ਆ। ਪਤੀ ਪਤਨੀ ਦਾ ਚਿਹਰਾ ਦੇਖ ਕੇ ਗੁੱਸਾ ਕਰਦਾ ਤੇ ਚਲਾ ਜਾਂਦਾ ਆ, ਫਿਰ ਸੱਸ ਹੀ ਨੂੰਹ ਦੇ ਕਮਰੇ ਵਿੱਚ ਸੌਂਦੀ ਆ। ਗੱਲ ਸੁਣ ਕੇ ਦਰਾਣੀ ਨੇ ਬਹੁਤ ਹੀ ਅਜੀਬ ਜਿਹਾ ਮੂੰਹ ਬਣਾ ਕੇ ਕਿਹਾ, ਮਾਂ ਜੀ, ਤੁਸੀਂ ਘਰਾੜੇ ਤਾਂ ਨਹੀਂ ਮਾਰਦੇ। ਮੇਰੀ ਸੱਸ ਨੇ ਦਰਾਣੀ ਵੱਲ ਘੂਰ ਕੇ ਵੇਖਿਆ ਤੇ ਕਿਹਾ, ਮੈਂ ਤਾਂ ਨਹੀਂ ਮਾਰਦੀ, ਪਰ ਵਿਜੇ ਬਹੁਤ ਘਰਾੜੇ ਮਾਰਦਾ। ਇੱਦਾਂ ਪਹਿਲੀ ਰਾਤ ਤਾਂ ਕੱਟ ਗਈ।
ਆਪਣੇ ਦਿਓਰ ਨੂੰ ਫੋਨ ਕਰ ਕਰਕੇ ਥੱਕ ਗਈ, ਪਰ ਮੇਰੇ ਦਿਓਰ ਨੇ ਆਪਣਾ ਨੰਬਰ ਹੀ ਬੰਦ ਕਰਕੇ ਰੱਖਿਆ ਸੀ। ਹੁਣ ਨਾ ਜਾਣੇ ਦਿਓਰ ਕਿੱਥੇ ਹੈ ਤੇ ਕਦੋਂ ਵਾਪਸ ਆਉਣ ਵਾਲਾ ਸੀ, ਕੋਈ ਵੀ ਤਾਂ ਨਹੀਂ ਜਾਣਦਾ ਸੀ। ਮੇਰੀ ਸੱਸ ਨੇ ਬਦਨਾਮੀ ਦੇ ਡਰ ਤੋਂ ਦਰਾਣੀ ਦੇ ਨਾਲ ਇੱਕ ਹੋਰ ਝੂਠ ਬੋਲ ਦਿੱਤਾ। ਮੇਰੀ ਦਰਾਣੀ ਖਾਣਾ ਖਾ ਰਹੀ ਸੀ ਤੇ ਮੇਰੀ ਸੱਸ ਨੇ ਆਰਾਮ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਹੂ, ਤੇਰਾ ਪਤੀ 11 ਦਿਨ ਤੱਕ ਹਨੇਰੇ 'ਚ ਕਮਰੇ ਵਿੱਚ ਆਵੇਗਾ, ਪਰ ਸ਼ਰਤ ਇਹ ਹੈ ਕਿ ਤੂੰ ਮੂੰਹ ਫੇਰ ਕੇ ਸੌਵੇਂਗੀ ਤੇ ਉਸਦੇ ਵੱਲ ਵੇਖੇਂਗੀ ਵੀ ਨਹੀਂ ਤਾਂ ਤੂੰ ਵਿਧਵਾ ਹੋ ਜਾਵੇਂਗੀ। ਇਹ ਸਾਡੀ ਰਸਮ ਆ। ਮੇਰਾ ਇੱਕੋ ਇੱਕ ਤਾਂ ਬੇਟਾ ਆ। ਮੈਂ ਚਾਹੁੰਦੀ ਹਾਂ ਕਿ ਇਸ ਰਸਮ ਦੀ ਅਦਾਇਗੀ ਵਿੱਚ ਕੋਈ ਕਮੀ ਨਾ ਰਹਿ ਜਾਵੇ। ਮੇਰੀ ਦਰਾਣੀ ਦਾ ਚਿਹਰਾ ਉਦਾਸ ਹੋ ਗਿਆ, ਪਰ ਫਿਰ ਵੀ ਉਹ ਮੁਸਕਰਾ ਕੇ ਬੋਲੀ, ਜਿੱਦਾਂ ਤੁਸੀਂ ਕਹੋ ਮੰਮੀ ਜੀ। ਮੇਰੀ ਦਰਾਣੀ ਮਾਸੂਮ ਜਿਹੀ ਸੀ, ਗੱਲ ਮੰਨ ਜਾਂਦੀ ਸੀ, ਪਰ ਆਪਣੇ ਚਿਹਰੇ ਦੀ ਉਦਾਸੀ ਲੁਕਾਉਣਾ ਨਹੀਂ ਜਾਣਦੀ ਸੀ। ਉਹ ਉੱਠ ਕੇ ਚਲੀ ਗਈ ਤਾਂ ਮੈਂ ਆਪਣੀ ਸੱਸ ਨੂੰ ਪੁੱਛਿਆ, ਮਾਂ ਜੀ, ਹੁਣ ਤੁਸੀਂ ਵਿਜੇ ਨੂੰ ਕਿੱਥੋਂ ਲਿਆਵੋਗੇ? ਮਾਂ ਜੀ ਦਾ ਜਵਾਬ ਸੁਣ ਕੇ ਮੈਂ ਤਾਂ ਦੰਗ ਹੀ ਰਹਿ ਗਈ। ਤੂੰ ਵੀ ਤਾਂ ਮਿਲਦੀ ਹੈ ਆਪਣੇ ਦਿਓਰ ਨਾਲ? ਆਪਣਾ ਚਿਹਰਾ ਵੇਖ, ਅੱਖਾਂ ਤਾਂ ਬਿਲਕੁਲ ਵਿਜੇ 'ਤੇ ਗਈਆਂ। ਮੈਂ ਹੈਰਾਨੀ ਨਾਲ ਮਾਂ ਜੀ ਦੇ ਵੱਲ ਵੇਖਣ ਲੱਗੀ ਤੇ ਕਿਹਾ, ਮਾਂ ਜੀ, ਵਿਆਹ ਦੇ ਫੰਕਸ਼ਨਾਂ ਦੇ ਦੌਰਾਨ ਤੁਹਾਡੇ ਸਿਰ 'ਤੇ ਕੋਈ ਸੱਟ ਤੇ ਨਹੀਂ ਲੱਗ ਗਈ? ਮਾਂ ਜੀ ਨੇ ਹੈਰਾਨੀ ਨਾਲ ਕਿਹਾ, ਇੱਦਾਂ ਕਿਉਂ ਕਹਿ ਰਹੀ ਆ? ਮੈਂ ਕਿਹਾ, ਕੱਲ੍ਹ ਦੀਆਂ ਤੁਸੀਂ ਬਹੁਤ ਉਲਟੀਆਂ ਸਿੱਧੀਆਂ ਗੱਲਾਂ ਕਰ ਰਹੇ ਹੋ। ਮਾਂ ਜੀ ਨੇ ਬਹੁਤ ਗੁੱਸੇ ਨਾਲ ਮੈਨੂੰ ਵੇਖਿਆ। ਗੁੱਸੇ ਦੇ ਡਰ ਨਾਲ ਮੈਨੂੰ ਵੀ ਮਾਂ ਜੀ ਦੀ ਗੱਲ ਮੰਨਣੀ ਪਈ। ਹੁਣ ਮਾਂ ਜੀ ਮੈਨੂੰ ਹੀ ਰੋਜ਼ ਵਿਜੇ ਦੇ ਕੱਪੜੇ ਪਵਾ ਕੇ ਦਰਾਣੀ ਦੇ ਕਮਰੇ ਵਿੱਚ ਭੇਜ ਦਿੰਦੀ। ਕਮਰੇ ਵਿੱਚ ਹਨੇਰਾ ਹੁੰਦਾ ਸੀ, ਇਸ ਕਰਕੇ ਮੇਰੀ ਦਰਾਣੀ ਮੈਨੂੰ ਪਹਿਚਾਣ ਨਹੀਂ ਪਾਉਂਦੀ ਸੀ। ਮਾਂ ਜੀ ਦੀ ਹਦਾਇਤ ਦੇ ਅਨੁਸਾਰ ਭਾਬੀ ਦੂਜੇ ਪਾਸੇ ਕਰਵਟ ਲੈ ਕੇ ਸੁੱਤੀ ਹੁੰਦੀ। ਪਹਿਲੀਆਂ 2 ਰਾਤਾਂ ਤਾਂ ਉਹ ਖਾਮੋਸ਼ ਹੀ ਰਹੀ। ਤੀਸਰੀ ਰਾਤ ਮੇਰੀ ਦਰਾਣੀ ਬੋਲੀ, ਵਿਜੇ, ਮੈਂ ਤੁਹਾਨੂੰ ਚੰਗੀ ਨਹੀਂ ਲੱਗਦੀ? ਤੁਸੀਂ ਪਹਿਲੀ ਰਾਤ ਹੀ ਮੇਰੇ ਨਾਲੋਂ ਮੂੰਹ ਫੇਰ ਕੇ ਚਲੇ ਗਏ। ਉਹ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਮੈਨੂੰ ਡਰ ਸੀ ਕਿ ਕਿਤੇ ਰਾਤ ਨੂੰ ਉਹ ਲਾਈਟ ਹੀ ਨਾ ਜਗਾ ਦੇਵੇ। ਮੈਂ ਕਿਹਾ, ਮਾਂ ਜੀ, ਬਹੂ ਜਦੋਂ ਗੱਲਾਂ ਕਰਦੀ ਆ ਨਾ, ਮੇਰਾ ਦਿਲ ਉਹਦੇ ਲਈ ਬਹੁਤ ਦੁਖਦਾ ਆ। ਉਹਦਾ ਕੀ ਕਸੂਰ ਆ ਜੋ ਵਿਜੇ ਨੇ ਉਹਦੇ ਨਾਲ ਇੱਦਾਂ ਦਾ ਸਲੂਕ ਕੀਤਾ? ਮਾਂ ਜੀ ਨੇ ਵੀ ਅਫਸੋਸ ਵਿੱਚ ਸਿਰ ਹਿਲਾ ਦਿੱਤਾ। ਉਹ ਵੀ ਪਰੇਸ਼ਾਨ ਦਿਖਾਈ ਦੇ ਰਹੀ ਸੀ। ਫਿਰ ਉਹਨਾਂ ਨੇ ਮੇਰੀ ਦਰਾਣੀ ਨੂੰ ਬੁਲਾਇਆ ਤੇ ਕਿਹਾ, ਵਿਜੇ ਤੇਰੀ ਸ਼ਿਕਾਇਤ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਤੂੰ 11 ਰਾਤਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਉਹ ਕਹਿ ਰਿਹਾ ਸੀ ਕਿ ਤੁਸੀਂ ਰੂਹੀ ਨੂੰ ਪੁੱਛੋ ਕਿ ਉਸ ਨੂੰ ਮੇਰੀ ਜ਼ਿੰਦਗੀ ਪਿਆਰੀ ਨਹੀਂ। ਰੂਹੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਉਹ ਚੁੱਪ ਕਰਕੇ ਉੱਠ ਕੇ ਚਲੀ ਗਈ। ਫਿਰ ਬਾਕੀ ਦੀਆਂ ਰਾਤਾਂ ਚੰਗੀਆਂ ਗੁਜ਼ਰ ਗਈਆਂ ਸੀ। ਰੂਹੀ ਨੇ ਗੱਲ ਨਹੀਂ ਕੀਤੀ ਸੀ ਤੇ 11ਵੇਂ ਦਿਨ ਰੂਹੀ ਦਾ ਸਵੇਰ ਤੋਂ ਹੀ ਦਿਲ ਮਚਲਾ ਰਿਹਾ ਸੀ। ਉਹ ਭੱਜ ਕੇ ਵਾਸ਼ਰੂਮ ਜਾ ਰਹੀ ਸੀ। ਫਿਰ ਮਾਂ ਜੀ ਦੇ ਕੋਲ ਆ ਕੇ ਬੋਲੀ, ਮਾਂ ਜੀ, ਮੁਬਾਰਕਾਂ ਹੋਣ, ਤੁਸੀਂ ਦਾਦੀ ਬਣਨ ਵਾਲੇ ਹੋ। ਹੁਣ ਸਾਨੂੰ ਦੋਨਾਂ ਨੌਂ ਸੱਸ ਨੂੰ ਬਹੁਤ ਵੱਡਾ ਝਟਕਾ ਲੱਗਿਆ। ਮਾਂ ਜੀ ਨੇ ਰੂਹੀ ਨੂੰ ਕਿਹਾ, ਤੇ ਜਿਹੜੀ ਉਹ ਰਸਮ ਸੀ ਉਸ ਦਾ ਕੀ ਬਣਿਆ? ਮੈਂ ਤਾਂ ਕਿਹਾ ਸੀ 11 ਰਾਤਾਂ ਗੱਲ ਤੱਕ ਨਹੀਂ ਕਰਨੀ। ਫਿਰ ਰੂਹੀ ਸ਼ਰਮਾ ਕੇ ਬੋਲੀ, ਮਾਂ ਜੀ, ਵਿਜੇ ਕਹਿ ਰਿਹਾ ਸੀ ਕਿ ਉਹ ਇਹਨਾਂ ਰਸਮਾਂ ਰਿਵਾਜਾਂ 'ਤੇ ਯਕੀਨ ਨਹੀਂ ਕਰਦੇ। ਫਿਰ ਇਹ ਵੀ ਤਾਂ ਸੋਚੋ ਨਾ, ਜਿਸ ਨੇ ਇਸ ਦੁਨੀਆ ਵਿੱਚ ਆਉਣਾ ਹੁੰਦਾ ਉਹ ਤਾਂ ਆ ਕੇ ਹੀ ਰਹਿੰਦਾ। ਮਾਸੂਮ ਜਿਹੀ ਦਿਖਣ ਵਾਲੀ ਰੂਹੀ ਦੀ ਗੱਲ ਸੁਣ ਕੇ ਮੈਂ ਤੇ ਮਾਂ ਪਰੇਸ਼ਾਨ ਹੋ ਕੇ ਰਹਿ ਗਈਆਂ, ਪਰ ਮੈਂ ਫਿਰ ਵੀ ਸੋਚਿਆ ਸ਼ਾਇਦ ਰੂਹੀ ਮਜ਼ਾਕ ਕਰ ਰਹੀ ਹੋਵੇ। ਮਾਂ ਜੀ ਨੇ ਵੀ ਹੱਸ ਕੇ ਕਿਹਾ, ਤੂੰ ਬਹੁਤ ਚੰਗਾ ਮਜ਼ਾਕ ਕਰ ਲੈਂਦੀ ਆ ਬੇਟਾ। ਰੂਹੀ ਨੇ ਬੜੀ ਸਖਤ ਜਿਹੇ ਰਵੱਈਏ ਨਾਲ ਕਿਹਾ, ਤੁਹਾਨੂੰ ਇਹ ਮਜ਼ਾਕ ਕਿਉਂ ਲੱਗ ਰਿਹਾ? ਲੱਗਦਾ ਆ ਤੁਹਾਨੂੰ ਆਪਣੇ ਬੇਟੇ ਦੀ ਔਲਾਦ ਦਾ ਸੁਣ ਕੇ ਕੋਈ ਖੁਸ਼ੀ ਨਹੀਂ ਹੋਈ। ਰੂਹੀ ਦੇ ਜਾਂਦੇ ਹੀ ਮਾਂ ਜੀ ਨੇ ਮੇਰੇ ਵੱਲ ਵੇਖਿਆ ਤੇ ਕਹਿਣ ਲੱਗੀ, ਬਹੂ, ਇਹ ਕਿਹਦੇ ਨਾਲ ਝੂਠ ਬੋਲ ਕੇ ਗਈ? ਸਾਡੇ ਨਾਲ? ਅਸੀਂ ਤਾਂ ਜਾਣਦੇ ਹਾਂ ਕਿ ਵਿਜੇ ਤਾਂ ਇੰਨੇ ਦਿਨਾਂ ਦਾ ਘਰ ਹੀ ਨਹੀਂ ਆਇਆ। ਰੱਬ ਜਾਣੇ ਕਿਹਦਾ ਬੱਚਾ ਕੁੱਖ 'ਚ ਲਈ ਫਿਰਦੀ ਆ। ਮੈਂ ਬੜਾ ਕਿਹਾ ਸੀ ਉਸ ਲੜਕੇ ਨੂੰ ਕਿ ਇਸ ਘਰਾਣੇ 'ਚ ਵਿਆਹ ਨਾ ਕਰ, ਪਰ ਉਹਦੇ ਸਿਰ 'ਤੇ ਤਾਂ ਭੂਤ ਸਵਾਰ ਸੀ। ਮੈਂ ਮਾਂ ਜੀ ਨੂੰ ਤਸੱਲੀ ਦਿੱਤੀ ਤੇ ਕਿਹਾ, ਮਾਂ ਜੀ, ਤੁਸੀਂ ਫਿਕਰ ਨਾ ਕਰੋ, ਕੁਝ ਹੀ ਦਿਨਾਂ ਵਿੱਚ ਪਤਾ ਲੱਗ ਜਾਵੇਗਾ ਕਿ ਰੂਹੀ ਸੱਚ ਬੋਲ ਰਹੀ ਹੈ ਜਾਂ ਝੂਠ। ਪਰ ਜਿੱਦਾਂ ਦਿਨ ਗੁਜ਼ਰਦੇ ਗਏ, ਰੂਹੀ ਦੀ ਤਬੀਅਤ ਤੋਂ ਪਤਾ ਚੱਲ ਰਿਹਾ ਸੀ ਕਿ ਉਹ ਪ੍ਰੈਗਨੈਂਟ ਆ। ਸਾਰਾ ਦਿਨ ਕੁਝ ਨਾ ਕੁਝ ਖਾਂਦੀ ਹੀ ਰਹਿੰਦੀ। ਖੱਟੇ ਦੀ ਤਾਂ ਦੀਵਾਨੀ ਹੀ ਹੋ ਗਈ ਸੀ। ਚੱਲਦੇ ਸਿਰ ਫੜ ਕੇ ਬੈਠ ਜਾਂਦੀ
ਤੇ ਫਿਰ ਮਾਂ ਜੀ ਨੂੰ ਕਹਿੰਦੀ, ਮਾਂ ਜੀ ਚੱਕਰ ਵੀ ਬਹੁਤ ਆਉਂਦੇ ਨੇ। ਮਾਂ ਜੀ ਨੇ ਮੈਨੂੰ ਕਿਹਾ, ਇੱਕ ਵਾਰ ਵਿਜੇ ਨੂੰ ਵਾਪਸ ਆ ਲੈਣ ਦੇ। ਇਸ ਬਦ ਕਿਰਦਾਰ ਨੂੰ ਤਾਂ ਮੈਂ ਘਰੋਂ ਕਢਵਾ ਕੇ ਰਹਾਂਗੀ। ਮੈਂ ਤਾਂ ਮਾਸੂਮ ਜਿਹੀ ਰੂਹੀ ਦੇ ਚਿਹਰੇ ਵੱਲ ਵੇਖਦੀ ਰਹੀ। ਇਹ ਮਾਮਲਾ ਤਾਂ ਮੇਰੀ ਸਮਝ ਤੋਂ ਬਿਲਕੁਲ ਬਾਹਰ ਸੀ। ਮੇਰੇ ਦਿਓਰ ਦੇ ਵਿਆਹ ਨੂੰ ਮਹੀਨਾ ਹੋ ਗਿਆ ਸੀ। ਉਹਨਾਂ ਦੀ ਕੋਈ ਖੈਰ ਖਬਰ ਨਹੀਂ ਸੀ। ਹਰ ਰੋਜ਼ ਵਿਜੇ ਦੇ ਬੰਦ ਫੋਨ 'ਤੇ ਵੀ ਬਹੁਤ ਵਾਰ ਫੋਨ ਕਰਦੀ। ਫਿਰ ਇੱਕ ਦਿਨ ਮੇਰੇ ਦਿਓਰ ਨੇ ਫੋਨ ਔਨ ਕਰ ਹੀ ਲਿਆ ਤੇ ਮੈਂ ਚੀਕਣ ਲੱਗ ਪਈ, ਬੈਲ ਜਾ ਰਹੀ ਆ, ਬੈਲ ਜਾ ਰਹੀ ਆ। ਉਸ ਦੇ ਨੰਬਰ 'ਤੇ 5-6 ਵਾਰ ਫੋਨ ਕਰਨ 'ਤੇ ਵਿਜੇ ਨੇ ਫੋਨ ਚੁੱਕਿਆ। ਮਾਂ ਜੀ ਨੇ ਹੈਲੋ ਕਹਿ ਕੇ ਫਿਰ ਉਹ ਸਭ ਕੁਝ ਇੱਕ ਹੀ ਸਾਹ ਵਿੱਚ ਕਹਿ ਦਿੱਤਾ ਜੋ ਇੰਨੇ ਦਿਨਾਂ ਤੋਂ ਸੋਚੀ ਬੈਠੀ ਸੀ। ਸਭ ਤੋਂ ਪਹਿਲਾਂ ਤਾਂ ਵਿਜੇ ਦੇ ਫੋਨ 'ਤੇ ਬੰਬ ਹੀ ਸੁੱਟਿਆ ਸੀ। ਵਿਜੇ ਮੁਬਾਰਕ ਹੋਵੇ, ਤੂੰ ਬਾਪ ਬਣਨ ਵਾਲਾ ਆ। ਪੂਰੀ ਬਰਾਦਰੀ ਵਿੱਚ ਇਹ ਗੱਲ ਫੈਲ ਚੁੱਕੀ ਆ। ਸਾਰੇ ਲੋਕ ਸਾਡੇ ਘਰ ਮੁਬਾਰਕਬਾਦ ਦੇਣ ਆ ਰਹੇ ਨੇ। ਉੱਧਰ ਮੇਰਾ ਦਿਓਰ ਵੀ ਇਹ ਗੱਲ ਸੁਣ ਕੇ ਬੁਖਲਾ ਗਿਆ ਤੇ ਤੁਰੰਤ ਹੀ ਘਰ ਨੂੰ ਵਾਪਸ ਆ ਗਿਆ। ਮੈਨੂੰ ਮਾਂ ਜੀ ਨੇ ਵਿਜੇ ਨੂੰ ਚਾਹ ਪਾਣੀ ਪੁੱਛਣ ਤੋਂ ਮਨਾ ਕਰ ਰੱਖਿਆ ਸੀ। ਉਹ ਖੁਦ ਹੀ ਵਿਜੇ ਦੀ ਖਾਤਰਦਾਰੀ ਕਰਨਾ ਚਾਹੁੰਦੀ ਸੀ। ਫਿਰ ਜੋ ਮਾਂ ਜੀ ਨੇ ਉਹਦੀ ਖਾਤਰਦਾਰੀ ਕੀਤੀ ਸੀ, ਮੇਰੇ ਕੰਨਾਂ ਵਿੱਚੋਂ ਵੀ ਧੂੰਆਂ ਨਿਕਲਣ ਲੱਗ ਪਿਆ ਸੀ ਤੇ ਇੱਧਰ ਮੇਰਾ ਦਿਓਰ ਵੀ ਪੈਰ ਪੈਰ 'ਤੇ ਬਦਲ ਰਿਹਾ ਸੀ। ਮਾਂ ਜੀ ਵਾਰ-ਵਾਰ ਪੁੱਛਦੀ, ਦੱਸ ਤੂੰ ਘਰ ਵਿੱਚ ਇੰਨਾ ਤੂਫਾਨ ਕਿਉਂ ਮਚਾ ਰੱਖਿਆ ਸੀ ਜਦੋਂ ਵਿਆਹ ਦੀ ਰਾਤ ਹੀ ਦੁਲਹਨ ਨੂੰ ਛੱਡ ਕੇ ਜਾਣ ਦਾ ਇਰਾਦਾ ਸੀ। ਹੁਣ ਦੀ ਵਾਰ ਮੇਰਾ ਦਿਓਰ ਬਹੁਤ ਗੁੱਸੇ ਵਿੱਚ ਸੀ। ਉਹ ਬੋਲਿਆ, ਮਾਂ ਨਾ ਜਾਣੇ ਤੁਸੀਂ ਮੇਰੇ ਨਾਲ ਕਿਹੜੀ ਗੱਲ ਦਾ ਬਦਲਾ ਲਿਆ। ਮੈਂ ਚਾਹੁੰਦਾ ਕਿਸੇ ਹੋਰ ਨੂੰ ਸੀ ਤੇ ਪੱਲੇ ਕਿਸੇ ਹੋਰ ਨੂੰ ਪਾ ਦਿੱਤਾ। ਮਾਂ ਜੀ ਗੁੱਸੇ ਨਾਲ ਬੋਲੀ, ਰੂਹੀ ਰੂਹੀ ਕਹਿ ਕੇ ਤੇ ਤੂੰ ਤਾਂ ਮੇਰੇ ਕੰਨ ਖਾਧੇ ਸੀ। ਦੁਲਹਨ ਬਣ ਕੇ ਜਦੋਂ ਘਰ ਆ ਗਈ ਤਾਂ ਤੇਰੀ ਪਸੰਦ ਬਦਲ ਗਈ। ਵਿਜੇ ਨੇ ਆਪਣਾ ਸਿਰ ਦੋਨਾਂ ਹੱਥਾਂ ਨਾਲ ਫੜ ਲਿਆ ਤੇ ਕਹਿਣ ਲੱਗਾ, ਮਾਂ ਮੈਨੂੰ ਰਮਨ ਅੰਕਲ ਦੀ ਵੱਡੀ ਬੇਟੀ ਦੇ ਨਾਲ ਮੁਹੱਬਤ ਸੀ। ਮੈਨੂੰ ਲੱਗਾ ਉਸ ਦਾ ਨਾਮ ਰੂਹੀ ਆ। ਫਿਰ ਮਾਂ ਜੀ ਹੱਕੀ ਬੱਕੀ ਰਹਿ ਗਈ ਤੇ ਬੋਲੀ, ਤੇਰੇ ਰਮਨ ਅੰਕਲ ਦੀ ਵੱਡੀ ਬੇਟੀ ਦਾ ਨਾਮ ਰੂਹੀ ਨਹੀਂ, ਸੁਮਨ ਆ। ਉਸ ਦੀ ਮੰਗਣੀ ਹੋਈ ਨੂੰ ਤਾਂ 2 ਸਾਲ ਹੋ ਗਏ ਆ। ਅਗਲੇ ਸਾਲ ਤਾਂ ਉਹਦਾ ਵਿਆਹ ਆ। ਮੇਰੇ ਦਿਓਰ ਦੀ ਜਲਦਬਾਜ਼ੀ ਨੇ ਉਹਨਾਂ ਦੀਆਂ ਖੁਸ਼ੀਆਂ ਹੀ ਉਹਨਾਂ ਕੋਲੋਂ ਖੋਹ ਲਈਆਂ ਸੀ। ਹੁਣ ਮਾਂ ਜੀ ਪਰੇਸ਼ਾਨੀ ਨਾਲ ਬੋਲੀ, ਵਿਜੇ ਉਹ ਜੋ ਤੇਰਾ ਬੱਚਾ ਕੁੱਖ ਵਿੱਚ ਲਈ ਬੈਠੀ ਆ, ਉਹਦਾ ਕੀ ਕਰਨਾ। ਵਿਜੇ ਨੂੰ ਹੁਣ ਬਹੁਤ ਗੁੱਸਾ ਆ ਰਿਹਾ ਸੀ। ਉਹ ਬੋਲਿਆ, ਮਾਂ ਮੈਂ ਕਦੋਂ ਸੀ ਘਰ ਵਿੱਚ ਜੋ ਤੁਸੀਂ ਮੈਨੂੰ ਇਹ ਸਭ ਕਹਿ ਰਹੀ ਹੋ। ਮਾਂ ਜੀ ਨੇ ਵਿਜੇ ਨੂੰ ਕਹਿ ਦਿੱਤਾ ਕਿ ਆਪਣੀ ਪਤਨੀ ਨੂੰ ਬੱਚੇ ਦੀ ਗੱਲ ਪੁੱਛ, ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਾਂਗੇ। ਫਿਰ ਮੇਰਾ ਦਿਓਰ ਗੁੱਸੇ ਨਾਲ ਉੱਠ ਕੇ ਆਪਣੇ ਕਮਰੇ ਵਿੱਚ ਚਲਿਆ ਗਿਆ। ਉਹਦੇ ਜਾਂਦੇ ਹੀ ਰੂਹੀ ਨੇ ਸਭ ਤੋਂ ਪਹਿਲਾ ਸਵਾਲ ਇਹੀ ਪੁੱਛਿਆ ਕਿ ਆਖਿਰ ਤੁਸੀਂ ਕਿੱਥੇ ਚਲ ਗਏ ਸੀ। ਫਿਰ ਰੂਹੀ ਨੇ ਵੀ ਵਿਜੇ ਨੂੰ ਬੱਚੇ ਦੀ ਖੁਸ਼ਖਬਰੀ ਸੁਣਾਈ। ਵਿਜੇ ਗੁੱਸੇ ਨਾਲ ਬੋਲਿਆ, ਮੈਂ ਤਾਂ ਵਿਆਹ ਦੀ ਪਹਿਲੀ ਰਾਤ ਨੂੰ ਹੀ ਘਰੋਂ ਚਲ ਗਿਆ ਸੀ। ਰੂਹੀ ਸਹਿਮ ਕੇ ਬੋਲੀ, ਮਾਂ ਜੀ ਨੇ ਤੇ ਕਿਹਾ ਸੀ ਕਿ ਸਾਡੇ ਰਸਮ ਆ ਕਿ ਵਿਆਹ ਦੀ ਪਹਿਲੀ ਰਾਤ ਸੱਸ ਹੀ ਦੁਲਹਨ ਨਾਲ ਸੌਂਦੀ ਆ ਤੇ ਫਿਰ ਕਿਹਾ ਕਿ ਬਹੂ ਤੇਰਾ ਪਤੀ 11 ਦਿਨ ਤੱਕ ਹਨੇਰੇ ਵਿੱਚ ਕਮਰੇ ਵਿੱਚ ਆਵੇਗਾ, ਪਰ ਸ਼ਰਤ ਇਹ ਹੈ ਕਿ ਤੂੰ ਮੂੰਹ ਫੇਰ ਕੇ ਸੌਵੇਂਗੀ ਤੇ ਉਸ ਦੇ ਵੱਲ ਵੇਖੇਂਗੀ ਵੀ ਨਹੀਂ ਤਾਂ ਤੂੰ ਵਿਧਵਾ ਹੋ ਜਾਵੇਂਗੀ। ਤੁਸੀਂ ਤਾਂ 11 ਦਿਨ ਆਉਂਦੇ ਰਹੇ ਹੋ ਮੇਰੇ ਕਮਰੇ ਵਿੱਚ। ਹੁਣ ਵਿਜੇ ਨੇ ਘਰ ਵਿੱਚ ਤੂਫਾਨ ਮਚਾ ਰੱਖਿਆ ਸੀ। ਉਹ ਮਾਂ ਜੀ ਨੂੰ ਵਾਰ-ਵਾਰ ਸਵਾਲ ਕਰ ਰਿਹਾ ਸੀ ਕਿ ਕੌਣ ਜਾਂਦਾ ਸੀ ਰੂਹੀ ਦੇ ਕਮਰੇ ਵਿੱਚ। ਮਾਂ ਜੀ ਨੇ ਵਿਜੇ ਨੂੰ ਸੱਚ-ਸੱਚ ਦੱਸ ਦਿੱਤਾ ਸੀ। ਮਾਂ ਜੀ ਬੋਲੀ, ਜ਼ਿਆਦਾ ਚੀਕਣ ਚਲਾਉਣ ਦੀ ਜ਼ਰੂਰਤ ਨਹੀਂ, ਤੂੰ ਖੁਦ ਤਾਂ ਸਭ ਕੁਝ ਛੱਡ ਕੇ ਚਲਾ ਗਿਆ ਸੀ ਤੇ ਮੈਂ ਬਦਨਾਮੀ ਦੇ ਡਰ ਨਾਲ ਤੇਰੀ ਭਾਬੀ ਨੂੰ ਹੀ ਤੇਰੇ ਕੱਪੜੇ ਪਵਾ ਕੇ ਕਮਰੇ ਵਿੱਚ ਸੌਣ ਦੇ ਲਈ ਭੇਜ ਦਿੰਦੀ ਸੀ। ਪਰ ਵਿਜੇ ਨੇ ਮਾਂ ਜੀ ਦੀ ਕੋਈ ਗੱਲ ਨਾ ਸੁਣੀ। ਹੁਣ ਸਾਡੇ ਘਰ ਆਏ ਦਿਨ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਮੇਰਾ ਦਿਓਰ ਮਾਂ ਜੀ ਦੀ ਗੱਲ ਹੀ ਨਹੀਂ ਮੰਨ ਰਿਹਾ ਸੀ। ਉਹਨਾਂ ਨੇ ਮਾਂ ਜੀ ਨੂੰ ਸ਼ੱਕ ਦੇ ਕਟਖੜੇ ਵਿੱਚ ਖੜਾ ਰੱਖਿਆ ਸੀ। ਉੱਧਰ ਰੂਹੀ ਵੀ ਨਹੀਂ ਦੱਸ ਰਹੀ ਸੀ ਕਿ ਆਖਿਰ ਉਹਨਾਂ ਦਾ ਸੱਚ ਕੀ ਆ। ਇੱਕ ਦਿਨ ਰੂਹੀ ਛੱਤ ਤੋਂ ਕੱਪੜੇ ਲਾਉਣ ਗਈ ਤੇ ਉਹਨਾਂ ਦਾ ਪੈਰ ਪੌੜੀਆਂ 'ਚੋਂ ਤਿਲਕ ਗਿਆ ਤੇ ਉਹਦੇ ਸਿਰ 'ਤੇ ਸੱਟ ਲੱਗ ਗਈ। ਰੂਹੀ ਨੂੰ ਤੁਰੰਤ ਹਸਪੀਟਲ ਲੈ ਕੇ ਜਾਣਾ ਪੈ ਗਿਆ। ਉਹ ਕਈ ਘੰਟੇ ਬੇਹੋਸ਼ ਰਹੀ। ਜੋ ਡਾਕਟਰਾਂ ਨੇ ਉਹਨਾਂ ਦੇ ਵੱਲੋਂ ਤਸੱਲੀ ਬਖਸ਼ ਜਵਾਬ ਦਿੱਤਾ ਤਾਂ ਮਾਂ ਜੀ ਨੇ ਡਰਦੇ ਪੁੱਛਿਆ, ਉਹਦਾ ਬੱਚਾ ਤਾਂ ਠੀਕ ਆ। ਡਾਕਟਰ ਦਾ ਜਵਾਬ ਸੁਣ ਕੇ ਤਾਂ ਅਸੀਂ ਤਿੰਨੇ ਹੱਕੇ ਬੱਕੇ ਰਹਿ ਗਏ। ਡਾਕਟਰ ਬੋਲਿਆ, ਬੱਚਾ? ਕਿਹੜਾ ਬੱਚਾ? ਸਾਡੀ ਰਿਪੋਰਟ ਦੇ ਮੁਤਾਬਿਕ ਉਹ ਤਾਂ ਹਜੇ ਵਿਆਹੀ ਵੀ ਨਹੀਂ ਤੇ ਬੱਚਾ ਕਿੱਥੋਂ ਆ ਗਿਆ। ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਹੋ ਕੀ ਰਿਹਾ ਆ। ਰੂਹੀ ਹੀ ਸੱਚ ਜਾਣਦੀ ਸੀ। ਉਹੀ ਇਸ ਗੱਲ ਦਾ ਜਵਾਬ ਦੇ ਸਕਦੀ ਸੀ। ਹੁਣ ਸਾਨੂੰ ਰੂਹੀ ਦੇ ਤੰਦਰੁਸਤ ਹੋਣ ਦਾ ਇੰਤਜ਼ਾਰ ਕਰਨਾ ਸੀ।
ਜਦੋਂ ਰੂਹੀ ਚੰਗੀ ਤਰ੍ਹਾਂ ਠੀਕ ਹੋ ਗਈ ਤਾਂ ਮੈਂ ਰੂਹੀ ਨੂੰ ਕਿਹਾ, ਰੂਹੀ ਰਿਪੋਰਟਸ ਵਿੱਚ ਤਾਂ ਆਇਆ ਹੈ ਕਿ ਤੂੰ ਤਾਂ ਮਾਂ ਨਹੀਂ ਬਣਨ ਵਾਲੀ, ਫਿਰ ਤੂੰ ਝੂਠ ਕਿਉਂ ਬੋਲਿਆ? ਰੂਹੀ ਬੋਲੀ, ਕਿਉਂ ਝੂਠ ਬੋਲਣ ਦਾ ਹੱਕ ਸਿਰਫ ਤੁਹਾਨੂੰ ਹੀ ਆ, ਮੈਂ ਝੂਠ ਨਹੀਂ ਬੋਲ ਸਕਦੀ। ਮੈਂ ਵਿਆਹ ਦੀ ਪਹਿਲੀ ਰਾਤ ਹੀ ਵਿਜੇ ਤੇ ਮਾਂ ਜੀ ਦੀਆਂ ਗੱਲਾਂ ਸੁਣ ਲਈਆਂ ਸੀ। ਉਹ ਮਾਂ ਜੀ ਨੂੰ ਕਹਿ ਰਹੇ ਸੀ, ਮਾਂ ਜੇ ਮੇਰੀ ਪਸੰਦ ਤੁਹਾਨੂੰ ਇੰਨੀ ਹੀ ਬੁਰੀ ਲੱਗੀ ਸੀ ਤਾਂ ਮੈਨੂੰ ਸਾਫ਼-ਸਾਫ਼ ਇਨਕਾਰ ਕਰ ਦਿੰਦੇ, ਪਰ ਤੁਸੀਂ ਤਾਂ ਮੇਰੇ ਨਾਲ ਧੋਖਾ ਕੀਤਾ। ਮਾਂ ਜੀ ਨੇ ਵਿਜੇ ਨਾਲ ਕਿਸ ਗੱਲ ਦਾ ਬਦਲਾ ਲਿਆ ਸੀ, ਇਸ ਕਰਕੇ ਉਹ ਘਰ ਛੱਡ ਕੇ ਚਲੇ ਗਏ ਸੀ। ਫਿਰ ਮਾਂ ਜੀ ਬਹਾਨੇ ਬਣਾਉਣ ਲੱਗ ਪਈ ਸੀ। ਪਹਿਲੇ ਦਿਨ ਖੁਦ ਆ ਗਈ, ਫਿਰ ਉਹ ਆਪਣੀ ਬਹੂ ਨੂੰ ਵਿਜੇ ਦੇ ਕੱਪੜੇ ਪਵਾ ਕੇ ਕਮਰੇ ਵਿੱਚ ਭੇਜ ਦਿੰਦੀ। ਮੈਂ ਵੀ ਤੁਹਾਨੂੰ ਸਬਕ ਸਿਖਾਉਣ ਦਾ ਸੋਚਿਆ ਸੀ, ਇਸ ਕਰਕੇ ਮੈਂ ਝੂਠ ਕਹਿ ਦਿੱਤਾ ਕਿ ਮੈਂ ਮਾਂ ਬਣਨ ਵਾਲੀ ਹਾਂ। ਮੈਂ ਜਾਣਦੀ ਸੀ ਕਿ ਇਹ ਗੱਲ ਸੁਣ ਕੇ ਵਿਜੇ ਜ਼ਰੂਰ ਘਰ ਆਉਣਗੇ। ਰੂਹੀ ਸ਼ਕਲ ਤੋਂ ਜਿੰਨੀ ਮਾਸੂਮ ਲੱਗਦੀ ਸੀ, ਹਕੀਕਤ ਵਿੱਚ ਉਸ ਤੋਂ ਵੀ ਜ਼ਿਆਦਾ ਮਾਸੂਮ ਨਿਕਲੀ ਸੀ। ਉਹ ਤਾਂ ਇਹ ਵੀ ਨਹੀਂ ਜਾਣਦੀ ਸੀ ਕਿ ਇਸ ਤਰ੍ਹਾਂ ਦੀ ਗੱਲ ਕਰਕੇ ਉਹਦੀ ਹੀ ਬਦਨਾਮੀ ਹੋਵੇਗੀ। ਮੇਰਾ ਦਿਓ ਰੂਹੀ ਦੀਆਂ ਗੱਲਾਂ ਸੁਣ ਕੇ ਮੁਸਕਰਾ ਰਿਹਾ ਸੀ। ਰੂਹੀ ਨੇ ਵਿਜੇ ਨੂੰ ਕਿਹਾ, ਜੇਕਰ ਤੁਸੀਂ ਮੈਨੂੰ ਆਪਣੀ ਮੁਹੱਬਤ ਪਾਉਣ ਦੇ ਲਈ ਛੱਡਣਾ ਚਾਹੁੰਦੇ ਹੋ ਤਾਂ ਛੱਡ ਦਿਓ, ਮੈਂ ਤੁਹਾਡੀ ਮੁਹੱਬਤ ਤੁਹਾਨੂੰ ਮਿਲਾਵਾ ਕੇ ਰਹਾਂਗੀ। ਮੇਰਾ ਦਿਓਰ ਮੁਸਕਰਾ ਕੇ ਬੋਲਿਆ, ਰੂਹੀ ਮੇਰੀ ਮੁਹੱਬਤ ਅੱਜ ਤੋਂ ਤੂੰ ਹੀ ਆ। ਰੂਹੀ ਸ਼ਰਮਾ ਗਈ ਸੀ, ਜਦ ਕਿ ਮੈਂ ਤੇ ਮਾਂ ਜੀ ਇੱਕ ਦੂਜੇ ਵੱਲ ਦੇਖ ਕੇ ਹੱਸਣ ਲੱਗ ਪਏ ਸੀ। ਧੰਨਵਾਦ ਜੀ। ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।